ਫਾਸਟ ਵੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਭਾਰਤ ਭੂਸ਼ਣ। ਜਿਸ ਤਰ੍ਹਾਂ ਕਿ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੋ ਕਿ ਜਿਹੜਾ ਹੈਗਾ ਪੰਜਾਬੀ ਯੂਨੀਵਰਸਿਟੀ ਵਿਖੇ ਜਿਹੜਾ ਹੈਗਾ 62ਵਾਂ ਸਥਾਪਨਾ ਦਿਵਸ ਮਨਾਇਆ ਜਾਂਦਾ ਹੈਗਾ, ਉੱਤੇ ਸ਼ਿਰਕਤ ਕਰਦੇ ਨੇ। ਮੁੱਖ ਮੰਤਰੀ ਜਦੋਂ ਸਪੀਚ ਸ਼ੁਰੂ ਕਰਦੇ ਨੇ ਸੋ ਇੱਕ ਜਿਹੜੀ ਵਿਦਿਆਰਥਣ ਹੈ ਉਹ ਹੱਥ ਦੇ ਵਿੱਚ ਆਈ ਵਾਂਟ ਜਸਟਿਸ ਦਾ ਇੱਕ ਬਾਈਨਰ ਲੈ ਕੇ ਖੜੀ ਹੋ ਜਾਂਦੀ ਹੈ। ਅਸੀਂ ਖੜੇ ਹਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ। ਸੋ ਮਹਿਲਾ ਸਾਡੇ ਨਾਲ ਹੈ, ਉਹ ਵਿਦਿਆਰਥਣ। ਸੋ ਗੱਲਬਾਤ ਕਰਦੇ ਹਾਂ ਜੀ। ਮੈਮ ਕੀ ਨਾਮ ਹੈ ਤੁਹਾਡਾ? सर मेरा नाम अदिति सिंगला है। मैं पंजाबी यूनिवर्सिटी पटियाला संगीत विभाग म्यूजिक डिपार्टमेंट तो पीएचडी कर रही हैं ਜੀ ਮੈਮ, ਜਿਹੜੇ ਪੀਐਚਡੀ ਕਰ ਰਹੇ ਹੋ ਤੁਸੀਂ, ਅੱਜ ਇੱਕ ਬੈਨਰ ਲੈ ਕੇ ਹੱਥ ਦੇ ਵਿੱਚ ਖੜੇ ਸੀਗੇ, ਸੋ ਕੀ ਮੁੱਦਾ ਹੈਗਾ ਸਾਰਾ? सर मेरा मुद्दा ये सीगा, मेरे बैनर ते लिखिया सीगा आई वांट जस्टिस। सर जस्टिस विच ये सीगा, मेरी मंग सिर्फ वीसी साहब तो सीगी। वीसी साहब मेरे फेवर च ने सर, डीन एकेडमिक फेवर च, सारे टीचर्स फेवर च है। मेरी अज मंग जिहड़ी सीगी सीएम साहब तो सीगी कि मैनू जस्टिस दिलवाया जाए। सर मेरे नाल बहुत धक्काशाही हुई है डिपार्टमेंट एचओडी ते डॉक्टर निवेदिता दे वल्लों। किस तरह का धक्का होया जी, की गलबात है, पूरी ओदी जानकारी? सर गलबात यह है कि मैं कुछ देर तो छुट्टी ते सीगी, मैं नहीं आ रही सीगी, मेरी पीएचडी की अटेंडेंस शॉर्ट हो गई। ਉਹਦਾ ਕਾਰਨ ਇਹ ਸੀਗਾ ਸਰ, ਮੇਰੇ ਪਾਪਾ ਠੀਕ ਨਹੀਂ ਹੈ, ਠੀਕ ਹੈ, ਤੇ ਉਸ ਵਜ੍ਹਾ ਨਾਲ ਮੈਂ ਨਹੀਂ ਆ ਸਕੀ। ਇਹਨਾਂ ਨੇ ਕਿਹਾ ਅਟੈਂਡੈਂਸ ਸ਼ਾਰਟ ਹੈ। ਸਰ ਮੈਂ ਸਾਰੀ ਜਗ੍ਹਾ ਭੱਜ ਦੌੜ ਕੀਤੀ, ਮੈਨੂੰ ਪਰਮਿਸ਼ਨ ਮਿਲੀ ਕਿ ਤੁਸੀਂ ਪੇਪਰ ਦੇ ਸਕਦੇ ਹੋ, ਜਿਹਦਾ ਪ੍ਰੂਫ ਵੀ ਮੇਰੇ ਕੋਲ ਹੈਗਾ। ਸਰ ਮੈਂ ਪੇਪਰ 'ਚ ਬੈਠ ਗਈ ਸਰ ਪ੍ਰੂਫ ਦੇ ਕੇ, ਲੇਕਿਨ 5 ਮਿੰਟਾਂ ਬਾਅਦ ਆ ਕੇ ਸਰ ਮੈਨੂੰ ਪੇਪਰ ਤੋਂ ਉਠਾਤਾ। ਉਹਦੇ ਵਿੱਚ ਲਿਖਿਆ ਸੀਗਾ ਕਿ ਪ੍ਰੀਖਿਆ ਦੇਣ ਲਈ ਅਲਾਉ ਕੀਤਾ ਜਾਂਦਾ ਹੈ, ਹਾਜ਼ਰੀ ਸੰਬੰਧੀ ਫਾਈਲ ਵੱਖਰੇ ਤੌਰ ਤੇ ਪ੍ਰਬੰਧ ਕੀਤੀ ਜਾਵੇ। ਸਰ ਇਹ ਪਰਮਿਸ਼ਨ ਡੀਨ ਐਕੈਡੈਮਿਕ ਨੇ ਦਿੱਤੀ, ਲੇਕਿਨ ਫਿਰ ਵੀ ਮੇਰੇ ਐਚਓਡੀ ਨੇ ਸ਼ੀਟ ਸ਼ੂਟ ਦੇਣ ਤੋਂ ਬਾਅਦ, ਆਨਸਰ ਸ਼ੀਟ ਸ਼ੁਰੂ ਕਰਨ ਤੋਂ ਬਾਅਦ, ਸਾਈਨ ਕਰਨ ਤੋਂ ਬਾਅਦ ਮੈਨੂੰ ਸਰ ਪੇਪਰ ਤੋਂ ਉਠਾਇਆ। ਸੋ ਅੱਜ ਜਦੋਂ ਮੁੱਦਾ ਚੱਕਿਆ ਤੁਸੀਂ, ਤੁਹਾਡੀ ਸੁਣਵਾਈ ਹੋਈ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉੱਤੇ ਬੈਠਾ ਸੀਗਾ, ਸੋ ਤੁਹਾਨੂੰ ਜਿਹੜਾ ਹੈਗਾ ਪੁਲਿਸ ਪਾਰਟੀ ਨੇ ਵੀ ਉੱਥੇ ਰੋਕਣ ਦੀ सर पुलिस पार्टी ने मैनू धक्काशाही की मेरे नाल, मैनू बहुत जोर दी मेरा हाथ मचोड़िया तो मैनू पिछे किया कि नहीं तुसी अपनी आवाज़ नहीं चक सकते। लेकिन मैं क्या मैडम, मैं तो बिना बोले ही आवाज़ चक रही है, मैं तो कोई डिस्टर्ब भी नहीं किया। मैनू बहुत उन्होंने सीएम साहब ते हैगा, सीएम साहब ने मेरे वाल देखिया, झलक दी 4-5 बारी, उन्होंने देख लिया कि हाँ कोई लड़की इत्थे इंसाफ मंग रही है, मैं कोई डिस्टर्बेंस क्रिएट नहीं की। हाँ वो मैनू साइड ते लै गए, तुसी बाहर निकलो। मैं कहा तुसी मैनू बाहर नहीं कट सकते, ये यूनीवर्सिटी सारे स्टूडेंट्स दी है, तो मेरा पूरा हक है जीटीबी हॉल यूनीवर्सिटी विच बैठ के सीएम साहब ਦਾ ਭਾਸ਼ਣ ਸੁਣਨ ਦਾ। ਜੀ ਸੋ ਪੂਰੀ ਜਿਹੜੀ ਤੁਸੀਂ ਘਟਨਾਕ੍ਰਮ ਦੱਸਿਆ ਹੈਗਾ ਕਿ ਤੁਹਾਨੂੰ ਐਗਜ਼ਾਮ ਨਹੀਂ ਦੇਣ ਦਿੱਤਾ ਗਿਆ, ਸੋ ਕੁਝ ਜਿਹੜਾ ਹੈਗਾ ਸੀਨੀਅਰ ਅਥਾਰਟੀ ਨੂੰ, ਵੀਸੀ ਨੂੰ, अपना डीन्स ਨੂੰ कुछ ਲੈਟਰ ਵਗੈਰਾ ਦਿੱਤਾ ਤੁਸੀਂ? सर सारे ਲੈਟਰਸ ਦਿੱਤੇ ਹੋਏ ਆ, ਸਾਰੇ ਫੇਵਰ ਚ ਹੈ, ਲੇਕਿਨ ਸਰ ਮੁੜ ਕੇ ਦੇਖੋ ਸਾਰੀ ਗੱਲ ਆਂਦੀ ਹੈ ਡਿਪਾਰਟਮੈਂਟ ਤੇ, ਠੀਕ ਹੈ। ਸਾਰੇ ਹੀ ਕਹਿ ਰਹੇ ਕਿ ਹਾਂ ਸਿੰਪਥੀ ਤੌਰ ਤੇ ਕਰ ਦਿੱਤਾ ਜਾਂਦਾ, ਤੁਹਾਡੇ ਨਾਲ ਫੇਵਰ ਕਰ ਦਿੱਤਾ ਜਾਂਦਾ। ਮੇਨ ਇਸ਼ੂ ਹੈ ਕਿ ਜਿਹੜਾ ਡਿਪਾਰਟਮੈਂਟ ਐਚਓਡੀ ਹੈ, ਸਾਰੇ ਟੀਚਰਸ ਹੀ ਮੇਰੇ ਫੇਵਰ, ਲੇਕਿਨ ਇਹ ਦੋਨੋਂ ਪਤਾ ਨਹੀਂ ਕਿਸ ਗੱਲ ਦੀ ਖੁੰਦਸ ਕੱਢ ਰਹੇ ਕਿ ਮੈਨੂੰ ਪੇਪਰ ਨਹੀਂ ਜੀ, ਅਟੈਂਡੈਂਸ ਘੱਟ ਹੈ। ਸਰ ਅਟੈਂਡੈਂਸ ਇੰਨੀ ਇੰਪੋਰਟੈਂਟ ਹੋ ਗਈ ਕਿ ਪਿਤਾ ਦੀ ਹੈਲਥ ਨਾਲੋਂ ਵੱਧ ਅਟੈਂਡੈਂਸ ਹੋ ਗਈ। ਹੁਣ ਤਾਂ ਅਟੈਂਡੈਂਸ ਦੇ ਵੀ ਪ੍ਰੂਫ ਹੈ ਕਿ ਮੇਰੇ 62 ਤੋਂ 63% ਬਣ ਰਹੇ ਆ, ਕਿਸ ਬਿਹਾਫ ਤੇ ਇਹਨਾਂ ਨੇ ਮੈਨੂੰ ਸ਼ਾਰਟ ਕੀਤਾ ਹੈ। ਸੋ ਐਗਜ਼ਾਮ ਕਦ ਸੀਗਾ ਤੁਹਾਡਾ ਔਰ ਕੀ ਡਿਮਾਂਡ ਕਰਦੇ ਹੋ? ਸਰ 20 ਮਾਰਚ ਤੇ 22 ਮਾਰਚ ਨੂੰ 2 ਪੇਪਰ ਹੋਏ ਸੀਗੇ, ਉਹ ਦੋਨਾਂ ਵਿੱਚ ਤਾਂ ਇਹਨਾਂ ਨੇ ਬੈਠਣ ਹੀ ਨਹੀਂ ਦਿੱਤਾ। ਉਸ ਤੋਂ ਬਾਅਦ ਆਏ 2 ਹੋਰ ਪੇਪਰ, ਇੱਕ ਪੇਪਰ 'ਚ ਤਾਂ ਅਟੈਂਡੈਂਸ ਦੀ ਲੋੜ ਹੀ ਨਹੀਂ ਹੈ, ਜਿਹਦਾ ਨਾਮ ਹੈ ਰਿਸਰਚ ਰਿਪੋਰਟ, ਠੀਕ ਹੈ। ਉਹ 'ਚ ਤਾਂ ਸਰ ਮੈਨੂੰ ਇਨਫੋਰਮੇਸ਼ਨ ਹੀ ਨਹੀਂ ਪਹੁੰਚੀ ਪੇਪਰ। ਇਹ ਕਿਸ ਗੱਲ ਦੀ ਖੁੰਦਸ ਹੈ? ਮੇਰੀ ਡਿਮਾਂਡ ਇਹ ਹੈ ਕਿ ਮੇਰੇ ਨਾਲ ਇੱਕ ਬ੍ਰਾਈਟ ਸਟੂਡੈਂਟ ਹੈ ਸਰ, ਮੇਰੀ ਅਚੀਵਮੈਂਟਸ ਬਹੁਤ ਹੈ। ਕੀ ਅਚੀਵਮੈਂਟਸ ਨੇ ਤੁਹਾਡੀਆਂ? ਸਰ ਵਰਲਡ ਰਿਕਾਰਡ, ਵਰਲਡ ਕਲਚਰ ਫੈਸਟੀਵਲ ਹੋਇਆ ਸੀਗਾ, ਉੱਥੇ ਮੈਂ ਪਾਰਟਿਸਿਪੇਟ ਕੀਤਾ। ਉਸ ਤੋਂ ਬਾਅਦ ਪੇਪਰ ਪ੍ਰੈਜੈਂਟੇਸ਼ਨਸ, ਮੈਂ 30 ਪੇਪਰ ਪ੍ਰੈਜ਼ੈਂਟ ਕੀਤੇ, ਜਿਹਦੇ ਵਿੱਚੋਂ ਮੇਰੇ 15 ਪੇਪਰ ਅਲੱਗ-ਅਲੱਗ ਜਰਨਲਸ ਇੰਟਰਨੈਸ਼ਨਲ, ਨੈਸ਼ਨਲ ਲੈਵਲ ਤੇ ਉੱਥੇ ਛਪੇ ਹੋਏ ਹੈ। ਸਰ ਮੈਂ ਰਸ਼ੀਆ ਪੜ੍ਹਾ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਆਈ ਹਾਂ, 1 ਮਹੀਨਾ ਮਿਊਜ਼ਿਕ ਤੇ ਇੰਗਲਿਸ਼ ਪੜ੍ਹਾਇਆ, ਜਿਹਦਾ ਕਿ ਟ੍ਰਿਪ ਮੇਰਾ ਸਪਾਂਸਰ ਸੀਗਾ। ਸਰ ਫਿਰ ਵੀ ਇੱਕ ਬ੍ਰਾਈਟ ਸਟੂਡੈਂਟ ਨਾਲ ਸਰ ਇੰਨਾ ਧੱਕਾ ਹੋ ਰਿਹਾ। 2 ਸਾਲ ਮੈਂ ਇੱਥੇ ਹੀ ਡਿਪਾਰਟਮੈਂਟ 'ਚ ਹੈਡ ਗਰਲ ਐਜ਼ ਅ ਕਲਾਸ ਰਿਪਰੈਜ਼ੈਂਟੇਟਿਵ ਵੀ ਰਹੀ ਹਾਂ, ਫਿਰ ਵੀ ਸਰ ਇੱਕ ਬ੍ਰਾਈਟ ਸਟੂਡੈਂਟ ਨਾਲ ਕਿਉਂ ਇੱਦਾਂ ਹੋ ਰਿਹਾ? ਸੋ ਜਿਹੜੀ ਅੱਜ ਦੀ ਕਾਰਵਾਈ ਨੂੰ ਲੈ ਕੇ ਸੰਤੁਸ਼ਟ ਹੋ ਤੁਸੀਂ? ਕੋਈ ਸੁਣਵਾਈ ਹੋਈ ਤੁਹਾਡੀ? ਸਰ ਅੱਜ ਤੱਕ ਕੋਈ ਇਦਾਂ ਹੱਲ ਨਹੀਂ ਹੋਇਆ। ਬਾਅਦ ਜਿਹੜੀ ਕਮੇਟੀ ਬੈਠੀ ਹੋਈ ਉਹਨਾਂ ਨਾਲ ਗੱਲਬਾਤ ਹੋਈ, ਉਹ ਕਹਿੰਦੇ ਆਪਾਂ ਕੁਝ ਕਰਾਂਗੇ। ਸਰ ਮੈਨੂੰ ਉਮੀਦ ਹੈ, ਮੈਂ ਸੀਐਮ ਸਾਹਿਬ ਨੂੰ ਕਹਿੰਦੀ ਹਾਂ ਕਿ ਇਹਦੇ ਤੇ ਖੂਬ ਪਲੀਜ਼ ਇਹਨੂੰ ਦੇਖਿਆ ਜਾਵੇ ਤੇ ਇੱਕ ਵਾਰੀ ਇੱਥੇ ਮੁੱਦਾ ਰੱਖਿਆ ਜਾਵੇ ਕਿ ਹਾਂਜੀ ਐਗਜ਼ੈਕਟ ਗੱਲ ਹੋਈ ਕੀ ਹੈ। ਮੈਨੂੰ ਬੁਲਾਇਆ ਜਾਵੇ ਕਿ ਤੁਸੀਂ ਐਗਜ਼ੈਕਟ ਆ ਕੇ ਦੱਸੋ ਕੀ ਗੱਲ ਹੋਈ ਹੈ, ਤੇ ਮੈਂ ਉਮੀਦ ਕਰਦੀ ਹਾਂ ਜੇ ਸੀਐਮ ਸਾਹਿਬ ਨੇ ਅੱਜ ਮੇਰੇ ਵੱਲ ਥੋੜਾ ਜਿਹਾ ਝਲਕ ਮਾਰੀ ਹੈ ਤਾਂ ਉਹ ਮੇਰੇ ਮੁੱਦੇ ਨੂੰ ਸੋਲਵ ਕਰਨ, ਜਿਹੜੀ ਵੀ ਕਮੇਟੀਜ਼ ਬੈਠੀ ਹੈ ਉਹਨੂੰ ਵੀ ਸੋਲਵ ਕੀਤਾ ਜਾਵੇ। ਜੀ ਸੋ ਕਮੇਟੀ ਦੀ ਗੱਲ ਕਰੀ ਹੈਗੀ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪਟਿਆਲੇ ਦਾ ਉਰੇ ਸੀਗਾ, ਡੀਸੀ ਮੈਡਮ ਨਾਲ ਕੋਈ ਗੱਲਬਾਤ ਹੋਈ, ਕੋਈ ਰਾਬਤਾ? ਸਰ ਮੈਂ ਪਹਿਲਾਂ ਸਭ ਤੋਂ ਪਹਿਲਾਂ 20 ਮਾਰਚ ਨੂੰ ਹੀ 21 ਮਾਰਚ ਨੂੰ ਮੈਂ ਸਾਕਸ਼ੀ ਸਾਨੇ ਜੀ ਕੋਲ ਗਈ ਸੀਗੀ, ਜਿਹੜੇ ਕਿ ਡੀਸੀ ਪਟਿਆਲਾ ਹੈ, ਉਹਨਾਂ ਗ੍ਰੀਵੀਅੰਸ ਸੈੱਲ ਕੋਲ ਗਈ ਸੀ। ਉਹਨਾਂ ਦੇ ਜਿਹੜੇ ਹੈੱਡ
ਹੈਗੇ ਕਿਰਪਾਲ ਸਿੰਘ ਜੀ, ਉਹਨਾਂ ਨੇ ਵੀ ਸਰ ਫੋਨ ਕੀਤਾ, ਲੇਕਿਨ ਡਿਪਾਰਟਮੈਂਟਲ ਅਥਾਰਟੀ ਫਿਰ ਉਹੀ ਸਰ ਮੋੜ ਤੋੜ ਕੇ ਸਾਰੀ ਗੱਲ ਡਿਪਾਰਟਮੈਂਟਲ ਐਚਓਡੀ ਦੇ ਉੱਪਰ ਹੀ ਆਉਂਦੀ ਹੈ। ਜਿੱਦਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਇੱਕ ਘਰ ਦਾ ਕੋਈ ਮੁਖੀ ਹੁੰਦਾ ਸਰ, ਉਹਦੇ ਨਾਲ ਹੀ ਸਭ ਕੁਝ ਚੱਲ ਰਿਹਾ, ਇਦਾਂ ਹੀ ਡਿਪਾਰਟਮੈਂਟ ਐਚਓਡੀ ਹੀ ਸਾਰੀ ਕਹਿੰਦੋ ਮੁਸੀਬਤ ਕਹਿ ਲਓ ਜਾਂ ਕਹਿ ਲਓ ਮੈਂ ਕੀ ਕਹਾਂ ਕਿ ਹਰ ਪ੍ਰੋਬਲਮ ਦਾ ਸੋਲੂਸ਼ਨ ਵੀ ਉਹੀ ਹੈ ਤੇ ਪ੍ਰੋਬਲਮ ਕ੍ਰੀਏਟ ਕਰਨ ਵਾਲੇ ਵੀ ਉਹੀ ਹੈ, ਇਹ ਉਹੀ ਸੋਲਿਊਟ ਕਰ ਸਕਦੇ ਆ ਸਰ। ਇਸ ਕਰਕੇ ਮੈਂ ਜੇ ਉਹ ਮੇਰੀ ਗੱਲ ਸੁਣ ਰਹੇ, ਮੈਂ ਉਹਨਾਂ ਨੂੰ ਅੱਜ ਵੀ ਰਿਕੁਐਸਟ ਕਰਦੀ ਹਾਂ ਕਿ ਸਰ ਪਲੀਜ਼ ਮੇਰਾ ਭਵਿੱਖ ਖਰਾਬ ਨਾ ਕਰੋ, ਨਾ ਕਰੋ, ਨਾ ਕਰੋ। ਸੋ ਹੁਣ ਅਗਲੀ ਤੁਸੀਂ ਕੀ ਅਪੀਲ ਕਰਦੇ ਹੋ ਸਰਕਾਰ ਨੂੰ ਚੈਨਲ ਦੇ ਮਾਧਿਅਮ ਰਾਹੀਂ? ਸੋ ਜਿਹੜਾ ਹੈਗਾ ਤੁਹਾਡਾ ਫਿਊਚਰ ਹੈ ਜਿਹੜਾ ਉਹ ਕਲੈਪਸ ਨਾ ਹੋਵੇ, ਕਿਉਂਕਿ ਤੁਹਾਡਾ PhD ਦਾ ਆਖਿਰਕਾਰ ਮਸਲਾ ਹੁੰਦਾ ਹੈ। ਸਰ ਮੈਂ ਸਰਕਾਰ ਨੂੰ ਇਹ ਅਪੀਲ ਕਰਦੀ ਹਾਂ ਕਿ ਪਹਿਲਾਂ ਤਾਂ ਮੇਰੇ ਸਾਰੇ ਅਚੀਵਮੈਂਟਸ ਦੇਖੇ ਜਾਣ, ਰਿਕਾਰਡ ਬੈਕ ਰਿਕਾਰਡ ਚੈੱਕ ਕੀਤਾ ਜਾਵੇ। ਮੈਂ ਸਿੰਗਲ ਗਰਲ ਚਾਈਲਡ ਹੈ, ਮੇਰੇ ਫਾਦਰ ਠੀਕ ਨੇ, ਮੇਰੇ ਕੋਲ ਸਾਰੇ ਪ੍ਰੂਫਸ ਹੈ ਤੇ ਮੈਂ ਇਹ ਉਮੀਦ ਕਰਦੀ ਹਾਂ ਕਿ ਮੈਨੂੰ ਪੇਪਰ ਜਲਦ ਤੋਂ ਜਲਦ ਇਸੇ ਮਹੀਨੇ ਦੇ ਅੰਦਰ ਜਾਂ 1-1.5 ਮਹੀਨੇ ਦੇ ਵਿੱਚ ਮੈਨੂੰ ਪੇਪਰ ਦੇਣ ਦੀ ਅਨੁਮਤੀ ਦਿੱਤੀ ਜਾਵੇ। ਤੇ ਸਭ ਤੋਂ ਵੱਡੀ ਗੱਲ, ਮੈਂ ਇਹ ਪੇਪਰ ਜੋ ਵੀ ਹੈ ਇਸ ਡਿਪਾਰਟਮੈਂਟਲ ਅਥਾਰਟੀਜ਼ ਦੇ ਵਿੱਚ ਨਹੀਂ ਦੇਣਾ। ਮੇਰਾ ਪੇਪਰ ਚੈੱਕ ਵੀ ਬਾਹਰ ਹੋਊਗਾ, ਕਿਉਂਕਿ ਮੈਂ ਨਹੀਂ ਚਾਹੁੰਦੀ ਫਿਰ ਦੁਬਾਰਾ ਮੈਂ ਇੱਕ ਐਪਲੀਕੇਸ਼ਨਸ ਲਿਖਾਂਗੀ ਮੇਰੇ ਨਾਲ ਖੁੰਦਸ ਕੱਢੀ ਗਈ ਹੈ, ਕਿਉਂਕਿ ਸਰ ਇੱਕ ਵਾਰੀ ਲੜਾਈ ਸ਼ੁਰੂ ਹੋ ਜਾਂਦੀ ਹੈ, ਉਹ ਕਿਤੇ ਨਾ ਕਿਤੇ ਮਨ 'ਚ ਰਹਿੰਦਾ ਹੀ ਕਿ ਇਹਨੇ ਸਾਡੇ ਨਾਲ ਲੜਾਈ ਕੀਤੀ ਸੀਗੀ। ਮੇਰੀ ਇਹੀ ਉਮੀਦ ਹੈ ਕਿ ਮੈਨੂੰ ਪੇਪਰ ਦੇਣ ਦੀ ਪਰਮਿਸ਼ਨ ਦਿੱਤੀ ਜਾਵੇ ਤੇ ਜਿਹੜਾ ਮੇਰਾ ਪੇਪਰ ਚੈੱਕ ਹੋਵੇ ਉਹ ਬਾਹਰਲੀ ਯੂਨੀਵਰਸਿਟੀ 'ਚ ਚੈੱਕ ਹੋਵੇ। ਬਾਕੀ VC ਸਰ, ਡੀਨ ਐਕੈਡੈਮਿਕ, ਸੁਪਰਵਾਈਜ਼ਰ, ਬਾਕੀ ਸਾਰੇ ਟੀਚਰਸ ਮੇਰੇ ਫੇਵਰ 'ਚ ਨੇ। ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹ ਮੈਨੂੰ ਸਪੋਰਟ ਕਰ ਰਹੇ ਨੇ, ਤਾਂ ਕਿ ਉਹਨਾਂ ਨੂੰ ਵੀ ਹੈਗਾ ਕਿ ਹਾਂ ਬੱਚੇ ਨਾਲ ਗਲਤ ਹੋਇਆ ਤਾਂ ਉਹਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜੀ ਸੋ ਇਹ ਹੈਗੀ ਆ ਵਿਦਿਆਰਥਣ ਜੋ ਕਿ ਮਿਊਜ਼ਿਕ ਡਿਪਾਰਟਮੈਂਟ ਦੇ ਵਿੱਚ ਹੈਗੇ ਆ, ਔਰ ਜਿਹੜਾ ਹੈਗਾ ਪੇਪਰ ਨੂੰ ਲੈ ਕੇ ਇੱਕ ਇਹਨਾਂ ਦਾ ਜਿਹੜਾ ਪੇਪਰ ਹੈਗਾ PhD ਐਗਜ਼ਾਮ ਹੋਣੇ ਹੈਗੇ ਆ, ਉਹਦੀ ਜਿਹੜੀ ਹੈਗੀ ਆ ਪੇਪਰ ਨੂੰ ਲੈ ਕੇ ਜਿਹੜਾ ਇੱਕ ਜ਼ਰੂਰ ਇਹਨਾਂ ਨੇ ਜਸਟਿਸ ਦੀ ਮੰਗ ਕਰੀ ਸੀਗੀ। ਮੁੱਖ ਮੰਤਰੀ ਜਦੋਂ ਸਟੇਜ ਤੇ ਆਉਂਦੇ ਨੇ ਸੋ ਸਪੀਚ ਦੇਣੀ ਸ਼ੁਰੂ ਕਰਦੇ ਨੇ, ਸੋ ਹੱਥ ਦੇ ਵਿੱਚ ਬੈਨਰ ਫੜਿਆ ਹੁੰਦਾ ਹੈਗਾ ਆਈ ਵਾਂਟ ਜਸਟਿਸ ਦਾ। ਸੋ ਹੁਣ ਦੇਖਦੇ ਹੈਗੇ ਆ ਕਿ ਯੂਨੀਵਰਸਿਟੀ ਅਥਾਰਟੀ ਜਾਂ ਪੰਜਾਬ ਸਰਕਾਰ ਇਹਨਾਂ ਦੀ ਗੱਲ ਸੁਣਦੀ ਹੈ ਜਾਂ ਨਹੀਂ ਸੁਣਦੀ, ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਕੈਮਰਾਮੈਨ ਅਜੇ ਰਤਨ ਦੇ ਨਾਲ ਭਾਰਤ ਭੂਸ਼ਣ ਦੀ